ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 297 ਤੋਂ ਲੈ ਕੇ 299 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ। ਸ਼ਲੋਕ ਖਟ ਸ਼ਾਸਤਰ ਊਚੋ ਕਹੈ ਅੰਤ ਨ ਪਾਰਾਵਾਰ ਭਗਤ ਸੋਹੇ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ 6 ਸ਼ਾਸਤਰ, ਜਿਸ ਤਰ੍ਹਾਂ ਸਨਾਤਨ ਧਰਮ ਦੇ ਗਿਣੇ ਜਾਂਦੇ ਨੇ 6 ਸ਼ਾਸਤਰ ਕਹਿੰਦੇ ਕਹਿ ਰਹੇ ਨੇ ਕਿ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਕਹਿੰਦੇ ਜਿਹੜੇ ਉਹਦੇ ਭਗਤ ਨੇ ਉਹ ਉਹਦੇ ਦੁਆਰੇ ਤੇ ਉਹਦੇ ਗੁਣਾਂ ਦੀ ਸਿਫਤ ਸਲਾਹ ਕਰਦੇ ਹੋਏ ਬੜੇ ਸ਼ੋਭਾ ਦਿੰਦੇ ਨੇ। ਪੌੜੀ ਖਸਟਮ ਖਟ ਸ਼ਾਸਤਰ ਕਹੈ ਸਿਮਰਤ ਕਥੈ ਅਨੇਕ ਊਤਮ ਊਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੈ ਸੇਖ। ਕਹਿੰਦੇ 6 ਸ਼ਾਸਤਰ ਤੇ ਸਿਮਰਤੀਆਂ ਸਾਰੇ ਕਹਿੰਦੇ ਇਹੀ ਕਥਨ ਕਰਦੇ ਨੇ ਵਾਰ-ਵਾਰ ਕਿ ਉਹ ਪਾਰ ਬ੍ਰਹਮ ਪਰਮਾਤਮਾ ਬਹੁਤ ਉੱਚਾ ਹੈ, ਅਸੀਂ ਉਹਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਕਹਿੰਦੇ ਚਾਹੇ ਸ਼ੇਸ਼ ਨਾਗ ਜੀ ਦੇ ਹਜ਼ਾਰਾਂ ਮੂੰਹ ਮੰਨੇ ਜਾਂਦੇ ਨੇ, ਕਹਿੰਦੇ ਉਹ ਹਜ਼ਾਰਾਂ ਮੂੰਹਾਂ ਦੇ ਨਾਲ ਪਰਮਾਤਮਾ ਦੇ ਹਜ਼ਾਰਾਂ ਹੀ ਨਵੇਂ ਨਾਂ ਲੈ ਕੇ ਪਰਮਾਤਮਾ ਦੀ ਸਿਫਤ ਕਰਦਾ, ਕਹਿੰਦੇ ਉਹਨੇ ਵੀ ਨਹੀਂ ਅੰਤ ਪਾਇਆ। ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਦੇ ਹਰ ਸਿਉ ਬੀਦੇ ਭਗਤ ਰਚੇ ਭਗਵੰਤ। ਇਹ ਸਾਰੇ ਰਿਸ਼ੀ ਮੁਨੀ ਨੇ, ਕਹਿੰਦੇ ਜਿਵੇਂ ਨਾਰਦ ਰਿਸ਼ੀ ਹੋਰ ਮੁਨੀ ਜਨ ਨੇ, ਸੁਖ ਤੇ ਬਿਆਸ ਨੇ, ਇਹ ਕਹਿੰਦੇ ਸੁਖਦੇਵ ਰਿਸ਼ੀ ਨੂੰ ਕਿਹਾ ਗਿਆ, ਇਹ ਸਾਰੇ ਕਹਿੰਦੇ ਪਰਮਾਤਮਾ ਦੇ ਗੁਣ ਗਾਉਂਦੇ ਨੇ। ਕਹਿੰਦੇ ਜਿਹੜੇ ਪਰਮਾਤਮਾ ਦੇ ਭਗਤ ਨੇ ਉਹ ਪਰਮਾਤਮਾ ਦੇ ਗੁਣ ਗਾ ਕੇ ਬੜੇ ਆਨੰਦ ਵਿੱਚ ਰਹਿੰਦੇ ਨੇ ਤੇ ਸਦਾ ਪ੍ਰੇਮ ਦੇ ਵਿੱਚ ਪਰਮਾਤਮਾ ਦੇ ਵਿੱਚ ਰਚੇ ਰਹਿੰਦੇ ਨੇ। ਮੋਹ ਮਾਨ ਭ੍ਰਮ ਬਿਨਸਿਓ ਪਾਈ ਸਰਨ ਦਿਆਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ। ਕਹਿੰਦੇ ਜਿਹੜੇ ਜੀਵ ਪਰਮਾਤਮਾ ਉਸ ਦਿਆਲੂ ਦੀ ਸ਼ਰਨ ਵਿੱਚ ਆਉਂਦੇ ਨੇ, ਉਹਨਾਂ ਦੇ ਕਹਿੰਦੇ ਹੰਕਾਰ ਮਾਇਆ ਦਾ ਮੋਹ ਇਹ ਸਭ ਕੁਛ ਉਹਨਾਂ ਦੇ ਭਰਮ ਖਤਮ ਹੋ ਜਾਂਦੇ ਨੇ। ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਤੇ ਉਹਨਾਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਦਰਸ਼ਨ ਕਰਕੇ ਪਰਮਾਤਮਾ ਦੇ ਸੋਹਣੇ ਚਰਨ ਕਮਲ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦੇ ਨੇ ਤੇ ਉਹ ਹਮੇਸ਼ਾ ਪਰਮਾਤਮਾ ਦਾ ਦੀਦਾਰ ਕਰਕੇ ਨਿਹਾਲ ਰਹਿੰਦੇ ਨੇ। ਲਾਭ ਮਿਲੈ ਤੋਟਾ ਹਿਰੈ ਸਾਧ ਸੰਗ ਲਿਵ ਲਾਏ ਖਾਟ ਖਜ਼ਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ। ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਪਰਮਾਤਮਾ ਦੇ ਚਰਨਾਂ ਦੇ ਵਿੱਚ ਲਿਵ ਲਾਉਣ ਦੇ ਨਾਲ ਸਾਰਾ ਲਾਭ ਮਿਲਦਾ ਹੈ ਆਤਮਿਕ, ਸਾਰੇ ਜਿਹੜੇ ਆਤਮਿਕ ਵਿਕਾਰ ਨੇ ਉਹ ਖਤਮ ਹੋ ਜਾਂਦੇ ਨੇ। ਕਹਿੰਦੇ ਜੋ ਵੀ ਪਰਮਾਤਮਾ ਦਾ ਨਾਮ ਧਿਆਉਂਦੇ ਨੇ ਉਸ ਗੁਣਾਂ ਦੇ ਖਜ਼ਾਨੇ ਦਾ ਤੇ ਉਹਦੇ ਗੁਣਾਂ ਦੇ ਖਜ਼ਾਨੇ ਦੇ ਨਾਮ ਧਨ ਦੀ ਖੱਟਿਆ ਕਰਦੇ ਨੇ, ਉਹ ਕਹਿੰਦੇ ਹਮੇਸ਼ਾ ਹੀ ਆਪਣੇ ਵਿਕਾਰ ਖਤਮ ਕਰ ਲੈਂਦੇ ਨੇ। ਸ਼ਲੋਕ ਸੰਤ ਮੰਡਲ ਹਰ ਜਸ ਕਥੈ ਬੋਲੇ ਸਤ ਸੋ ਪਾਏ ਨਾਨਕ ਮਨ ਸੰਤੋਖੀਐ ਏਕਸ ਸਿਉ ਲਿਵ ਲਾਏ। ਨਾਨਕ ਜੀ ਕਹਿੰਦੇ ਨੇ ਜਦੋਂ ਸਾਧ ਸੰਗਤ ਦੇ ਵਿੱਚ ਉਸ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਆ, ਉਹਦੇ ਗੁਣ ਗਾਏ ਜਾਂਦੇ ਨੇ, ਕਹਿੰਦੇ ਫਿਰ ਜੀਵ ਦਾ ਮਨ ਉਸ ਪਰਮਾਤਮਾ ਦੇ ਨਾਲ ਲਿਵ ਲਾ ਕੇ ਮਾਇਆ ਵੱਲੋਂ ਸੰਤੋਖ ਵਿੱਚ ਆ ਜਾਂਦਾ ਹੈ। ਪੌੜੀ ਸਪਤਮ ਸੰਚੋ ਨਾਮ ਤਨ ਟੂਟ ਨ ਜਾਹੇ ਭੰਡਾਰ
ਸੰਤ ਸੰਗ ਮਹਿ ਪਾਈਐ ਅੰਤ ਨ ਪਾਰਾਵਾਰ। ਕਹਿੰਦੇ ਜਿਹੜੀ ਇਹ 7ਵੀਂ ਤਿਥ ਹੈਗੀ ਆ, ਕਹਿੰਦੇ ਉਹਦੇ ਤੇ ਇਹ ਉਪਦੇਸ਼ ਆ ਕਿ ਉਸ ਪਰਮਾਤਮਾ ਦੇ ਨਾਮ ਧਨ ਦੀ ਖੱਟੀ ਕਰੋ, ਜਿਹਦੇ ਕਹਿੰਦੇ ਭੰਡਾਰੇ ਕਦੇ ਨਹੀਂ ਖਤਮ ਹੁੰਦੇ। ਕਹਿੰਦੇ ਸਾਧਾਂ ਦੀ ਸੰਗਤ ਦੇ ਵਿੱਚ ਹੀ ਉਸ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ, ਜਿਹਦੇ ਗੁਣਾਂ ਦਾ ਅਸੀਂ ਅੰਤ ਨਹੀਂ ਪਾ ਸਕਦੇ। ਆਪ ਤਜੋ ਗੋਬਿੰਦ ਭਜੋ ਸਰਨ ਪਰੋ ਹਰ ਰਾਏ। ਦੁਖ ਹਰੈ ਭਵ ਜਲ ਤਰੈ ਮਨ ਚਿੰਦਿਆ ਫਲ ਪਾਏ। ਕਹਿੰਦੇ ਜੇ ਆਪੇ ਦਾ ਤਿਆਗ ਕਰਕੇ, ਆਪਣੇ ਅੰਦਰੋਂ ਹਉਮੈ ਦਾ ਤਿਆਗ ਕਰਕੇ ਉਸ ਪਰਮਾਤਮਾ ਦੀ ਸ਼ਰਨ ਪੈਂਦੇ ਹੋ ਅਤੇ ਉਹਦੀ ਬੰਦਗੀ ਕਰਦੇ ਹੋ ਸੱਚੇ ਪਾਤਸ਼ਾਹ ਜੀ ਦੀ, ਤਾਂ ਸਾਰੇ ਦੁੱਖ ਖਤਮ ਹੋ ਜਾਂਦੇ ਨੇ। ਇਹ ਸੰਸਾਰ ਰੂਪੀ ਭਵਜਲ ਤਰਿਆ ਜਾਂਦਾ ਹੈ ਅਤੇ ਜੀਵ ਮਨ ਇੱਛਤ ਫਲ ਪਾ ਲੈਂਦਾ ਹੈ। ਵਾਹਿਗੁਰੂ ਜੀ। ਆਠ ਪਹਿਰ ਮਨ ਹਰ ਜਪੈ ਸਫਲ ਜਨਮ ਪਰਵਾਨ। ਅੰਤਰ ਬਾਹਰ ਸਦਾ ਸੰਗ ਕਰਨੈ ਹਾਰ ਪਛਾਣ। ਕਹਿੰਦੇ ਉਹ ਪਰਮਾਤਮਾ ਤਾਂ ਸਦਾ ਜੀਵ ਦੇ ਸੰਗ ਆ, ਅੰਦਰ ਵੀ ਅਤੇ ਬਾਹਰ ਵੀ, ਅਤੇ ਉਹ ਸਭ ਕੁਛ ਕਰਨ ਵਾਲਾ ਹੈ। ਕਹਿੰਦੇ ਉਹਦੇ ਨਾਲ ਜਾਣ ਪਛਾਣ ਪਾਓ। ਜਿਹੜੇ ਜੀਵ ਕਹਿੰਦੇ ਅੱਠੇ ਪਹਿਰ ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪਦੇ ਨੇ, ਕਹਿੰਦੇ ਉਹਨਾਂ ਦਾ ਆਇਆ ਇੱਥੇ ਸਫਲ ਸਮਝੋ। ਉਹਨਾਂ ਨੇ ਆਪਣਾ ਜਨਮ ਸਫਲਾ ਕਰ ਲਿਆ ਜੋ ਅੱਠੇ ਪਹਿਰ ਉਹਦਾ ਨਾਮ ਜਪਦੇ ਨੇ। ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਨਾਨਕ ਤਿਸ ਬਲਿਹਾਰਣੈ ਹਰ ਹਰ ਨਾਮ ਜਪੇ। ਕਹਿੰਦੇ ਮੇਰਾ ਉਹੀ ਸਖਾ ਹੈ, ਉਹੀ ਮੇਰਾ ਸੱਜਣ ਮਿੱਤਰ ਹੈ ਜੋ ਮੈਨੂੰ ਪਰਮਾਤਮਾ ਦਾ ਨਾਮ ਜਪਣ ਦੀ ਬੁੱਧੀ ਦਿੰਦਾ ਹੈ, ਪ੍ਰੇਰਨਾ ਦਿੰਦਾ ਹੈ। ਨਾਨਕ ਜੀ ਕਹਿੰਦੇ ਜੋ ਹਰੀ ਦਾ ਨਾਮ ਜਪਦੇ ਨੇ, ਕਹਿੰਦੇ ਮੈਂ ਉਹਦੇ ਤੋਂ ਸਦਾ ਹੀ ਬਲਿਹਾਰੇ ਹਾਂ, ਸਦਾ ਹੀ ਸਦਕੇ ਜਾਂਦਾ ਹਾਂ। ਸ਼ਲੋਕ ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾਲ। ਜਮ ਕੰਕਰ ਜੋਹੇ ਨਾ ਸਕਈ ਨਾਨਕ ਪ੍ਰਭੂ ਦਿਆਲ। ਕਹਿੰਦੇ ਆਪਾਂ ਹੋਰ ਕਰਮ ਕਾਂਡ ਛੱਡ ਕੇ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਜਪੀਏ। ਕਹਿੰਦੇ ਫਿਰ ਨਾਮ ਜਪਣ ਦੇ ਨਾਲ ਕੀ ਹੁੰਦਾ? ਨਾਨਕ ਜੀ ਕਹਿੰਦੇ ਨੇ ਪ੍ਰਭੂ ਕਹਿੰਦੇ ਬਹੁਤ ਦਿਆਲ ਆ, ਹਮੇਸ਼ਾ ਦਇਆ ਕਰਨ ਵਾਲਾ। ਉਹਦੇ ਨਾਮ ਜਪਿਆਂ ਕਹਿੰਦੇ ਫਿਰ ਜਮਾਂ ਦੀ ਮਾਰ ਨਹੀਂ ਸਹਿਣੀ ਪੈਂਦੀ। ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਧ ਸਗਲ ਪਦਾਰਥ ਪੂਰਨ ਬੁੱਧ। ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਿਰੋਦਰ ਮੰਤ। ਫਿਰ ਕਹਿੰਦੇ ਜਿਹੜੀ ਅੱਠੇ ਦੀ ਤਿਥ ਹੈਗੀ ਆ, ਕਹਿੰਦੇ ਉਹਦਾ ਵੀ ਇਹੀ ਉਪਦੇਸ਼ ਆ ਕਿ ਪਰਮਾਤਮਾ ਦਾ ਨਾਮ ਜਪਿਆ ਜੀਵ ਨੂੰ 18 ਸਾਰੀਆਂ ਸਿੱਧੀਆਂ ਜਿਹੜੀਆਂ ਕਹਿੰਦੇ ਨੇ ਅਤੇ 9 ਨਿਧੀਆਂ, 18 ਸਿੱਧੀਆਂ ਮੰਨੀਆਂ ਨੇ ਅਤੇ 9 ਨਿਧੀਆਂ ਜਿਹੜੇ ਮਤਲਬ ਸੰਸਾਰ ਦੇ 9 ਖਜ਼ਾਨੇ ਨੇ, ਉਹ ਕਹਿੰਦੇ ਮਿਲ ਜਾਂਦੇ ਨੇ। ਕਹਿੰਦੇ ਸਾਰੇ ਪਦਾਰਥ ਜੀਵ ਨੂੰ ਮਿਲ ਜਾਂਦੇ ਨੇ। ਉਹਦੀ ਜਿਹੜੀ ਬੁੱਧ ਹੈਗੀ ਆ ਉਹ ਚੰਗੀ ਬਣ ਜਾਂਦੀ ਆ, ਦੁਰਮਤ ਉਹਦੀ ਤਿਆਗ ਹੋ ਜਾਂਦੀ ਆ। ਉਹਦਾ ਹਿਰਦੇ ਰੂਪੀ ਕਵਲ ਖਿੜਿਆ ਰਹਿੰਦਾ, ਸਦਾ ਆਨੰਦ ਵਿੱਚ ਰਹਿੰਦਾ। ਕਹਿੰਦੇ ਪਰਮਾਤਮਾ ਦਾ ਜਿਹੜਾ ਇਹ ਨਾਮ ਜਪਣ ਵਾਲਾ ਮੰਤਰ ਆ, ਇਹ ਜੀਵ ਦੀ ਜਿਹੜੀ ਜੀਵਨ ਜੁਗਤ ਆ ਉਹਨੂੰ ਪਵਿੱਤਰ ਬਣਾ ਦਿੰਦਾ ਹੈ। ਸਗਲ ਧਰਮ ਪਵਿੱਤਰ ਇਸਨਾਨ ਸਭ ਮਹਿ ਊਚ ਬਿਸੇਖ ਗਿਆਨ। ਹਰ ਹਰ ਭਜਨ ਪੂਰੈ ਗੁਰ ਸੰਗ ਜਪ ਤਰੀਐ ਨਾਨਕ ਨਾਮ ਹਰ ਰੰਗ।
ਕਹਿੰਦੇ ਸਾਰੇ ਜਿਹੜੇ ਹੈਗੇ ਨੇ ਇਸ਼ਨਾਨ ਕਰਨਾ, ਹੋਰ ਧਰਮ ਕਰਮ ਗਿਣੇ ਜਾਂਦੇ ਨੇ, ਉਹ ਸਾਰੇ ਕਹਿੰਦੇ ਪਰਮਾਤਮਾ ਦੇ ਨਾਮ ਵਿੱਚ ਆ ਜਾਂਦੇ ਨੇ। ਇਹ ਸਭ ਤੋਂ ਉੱਚਾ ਗਿਆਨ ਆ ਜੋ ਪਰਮਾਤਮਾ ਦਾ ਨਾਮ ਜਪਣਾ। ਕਹਿੰਦੇ ਗੁਰੂ ਦੇ ਸੰਗ ਉਸ ਪਰਮਾਤਮਾ ਦਾ ਭਜਨ ਕਰੀਏ ਅਤੇ ਉਹਦੇ ਪ੍ਰੇਮ ਰੰਗ ਦੇ ਵਿੱਚ ਰੰਗ ਕੇ ਉਹਦਾ ਨਾਮ ਜਪੀਏ ਤਾਂ ਕਹਿੰਦੇ ਇਸ ਸੰਸਾਰ ਸਾਗਰ ਨੂੰ ਨਾਨਕ ਜੀ ਕਹਿੰਦੇ ਤਰ ਸਕੀਦਾ ਹੈ। ਸ਼ਲੋਕ ਨਾਰਾਇਣ ਨਹਿ ਸਿਮਰਿਓ ਮੋਹਿਓ ਸਵਾਦ ਵਿਕਾਰ ਨਾਨਕ ਨਾਮ ਵਿਸਾਰੀਐ ਨਰਕ ਸੁਰਗ ਅਵਤਾਰ। ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਵਿਸਾਰ ਦਿੰਦੇ ਨੇ ਫਿਰ ਕਹਿੰਦੇ ਦੁੱਖ ਸੁੱਖ ਲਈ ਕਹਿੰਦੇ ਉਹਨਾਂ ਨੂੰ ਮੁੜ ਮੁੜ ਜਨਮ ਮਰਨ ਦੇ ਚੱਕਰ ਵਿੱਚ ਪੈਣਾ ਪੈਂਦਾ। ਕਹਿੰਦੇ ਜਿਹੜੇ ਨਾਮ ਨਹੀਂ ਸਿਮਰਦੇ ਕਹਿੰਦੇ ਪਦਾਰਥਾਂ ਦੇ ਭੋਗਾਂ ਦੇ ਸਵਾਦ ਵਿੱਚ ਕਹਿੰਦੇ ਜਿਹੜੇ ਗਲਤਾਨ ਨੇ ਉਹਨਾਂ ਦਾ ਫਿਰ ਜਨਮ ਮਰਨ ਦਾ ਚੱਕਰ ਰਹਿੰਦਾ ਹੈ। ਪੌੜੀ ਨੌਵੀਂ ਨਵੈ ਛਿਦਰ ਅਪਵੀਤ ਹਰ ਨਾਮ ਨਾ ਜਪੈ ਕਰਤ ਵਿਪਰੀਤ। ਕਹਿੰਦੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦੇ ਇਹਦੇ ਤੋਂ ਉਲਟ ਜੀਵਨ ਦੀ ਮਰਿਆਦਾ ਰੱਖਦੇ ਨੇ ਉਹ ਕਹਿੰਦੇ ਨਵੀਂ ਥਿੱਤ 'ਤੇ ਨੌਵੇਂ ਜਿੱਦਾਂ 8-9 ਇੱਦਾਂ ਨੌਵੀਂ ਥਿੱਤ 'ਤੇ ਕਹਿੰਦੇ ਉਹਨਾਂ ਦੇ ਕਹਿੰਦੇ ਸਰੀਰ ਦੇ ਜਿਹੜੇ 9 ਛਿੱਦਰ ਨੇ ਜਿਵੇਂ ਨੱਕ ਕੰਨ ਇਹ ਕਹਿੰਦੇ ਅਪਵਿੱਤਰ ਰਹਿੰਦੇ ਨੇ ਜਦੋਂ ਨਾਮ ਨਹੀਂ ਜਪਦੇ। ਪਰਤਰੀਐ ਰਮੈ ਬਕੈ ਸਾਧ ਨਿੰਦ ਕਰਨ ਨਾ ਸੁਨਹੀ ਹਰ ਜਸ ਬਿੰਦ। ਫਿਰ ਕਹਿੰਦੇ ਜੋ ਪਰਮਾਤਮਾ ਦਾ ਕਹਿੰਦੇ ਇੱਕ ਰੱਤੀ ਜਿੰਨੇ ਸਮੇਂ ਲਈ ਵੀ ਜਸ ਨਹੀਂ ਸੁਣਦੇ ਸਿਫਤ ਸਲਾਹ ਨਹੀਂ ਸੁਣਦੇ। ਕਹਿੰਦੇ ਜੋ ਪਰਾਈ ਇਸਤਰੀ ਨਾਲ ਸੰਬੰਧ ਬਣਾਉਂਦੇ ਨੇ ਸਾਧਾਂ ਦੀ ਨਿੰਦਾ ਕਰਦੇ ਨੇ ਕਹਿੰਦੇ ਫਿਰ ਉਹਨਾਂ ਦੇ ਵਿੱਚ ਸਾਰੇ ਔਗਣ ਆਏ ਰਹਿੰਦੇ ਨੇ ਨਾਮ ਨਾ ਜਪਣ ਦੇ ਕਰਕੇ। ਹਿਰੈ ਪਰ ਦਰਬ ਉਦਰ ਕੈ ਤਾਈ ਅਗਨ ਨਾ ਨਿਵਰੈ ਤ੍ਰਿਸ਼ਨਾ ਨਾ ਬੁਝਾਈ। ਉਹ ਕਹਿੰਦੇ ਢਿੱਡ ਭਰਨ ਦੀ ਖਾਤਰ ਦੂਸਰਿਆਂ ਦਾ ਧਨ ਚੋਰੀ ਕਰਦੇ ਨੇ ਫਿਰ ਵੀ ਕਹਿੰਦੇ ਉਹਨਾਂ ਦੀ ਜਿਹੜੀ ਲਾਲਚ ਦੀ ਅਗਨ ਹੁੰਦੀ ਆ ਉਹ ਖਤਮ ਨਹੀਂ ਹੁੰਦੀ ਨਾ ਹੀ ਮਾਇਆ ਦੀ ਤ੍ਰਿਸ਼ਨਾ ਬੁਝਦੀ ਆ। ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰ ਜਮੈ ਅਪਾਗੇ। ਨਾਨਕ ਜੀ ਕਹਿੰਦੇ ਨੇ ਜਿਹੜੇ ਹਰੀ ਦੀ ਸੇਵਾ ਭਗਤੀ ਨਹੀਂ ਕਰਦੇ ਪਰਮਾਤਮਾ ਦੀ ਉਹਨਾਂ ਵਿੱਚ ਜਿਹੜੇ ਸਾਰੇ ਆਪਾਂ ਵਿਕਾਰ ਗਿਣੇ ਨੇ ਅਤੇ ਇਹਦੇ ਨਾਲ ਹੀ ਜੰਮਣ ਮਰਨ ਦਾ ਉਹਨਾਂ ਦਾ ਚੱਕਰ ਬਣਿਆ ਰਹਿੰਦਾ। ਜਦੋਂ ਨਾਮ ਨਹੀਂ ਜਪਦੇ ਪਰਮਾਤਮਾ ਨੂੰ ਵਿਸਾਰਦੇ ਨੇ ਜਿਹੜੇ ਜੀਵ ਫਿਰ ਉਹ ਇਹਨਾਂ ਵਿਕਾਰਾਂ ਦੇ ਵਿੱਚ ਫਸੇ ਰਹਿੰਦੇ ਨੇ। ਸ਼ਲੋਕ 10 ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਏ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਕਹਿੰਦੇ ਜਿੱਥੇ ਵੀ ਦੇਖਦੇ ਆ ਉੱਥੇ ਵੀ ਪਰਮਾਤਮਾ ਵਿਆਪਕ ਆ ਪਰ ਮੈਂ ਕਹਿੰਦੇ 10 ਦਿਸ਼ਾਂ ਦੇ ਵਿੱਚ ਖੋਜਦਾ ਫਿਰਿਆ ਕਿਉਂਕਿ ਨਾਮ ਨਹੀਂ ਜਪਿਆ ਫਿਰ 10 ਦਿਸ਼ਾਂ ਦੇ ਵਿੱਚ ਖੋਜਦਾ ਫਿਰਿਆ ਫਿਰ ਵੀ ਮੈਨੂੰ ਪਰਮਾਤਮਾ ਨਹੀਂ ਮਿਲਿਆ। ਉਹ ਪਰਮਾਤਮਾ ਜਿਹੜਾ ਹਰ ਇੱਕ ਜਗ੍ਹਾ 'ਤੇ ਜਿੱਧਰ ਵੀ ਦੇਖਦੇ ਹਾਂ ਉੱਥੇ ਵਿਆਪਕ ਆ ਪਰ ਨਾਮ ਤੋਂ ਬਿਨਾਂ ਨਹੀਂ ਅਨੁਭਵ ਹੁੰਦਾ। ਫਿਰ ਨਾਨਕ ਜੀ ਕਹਿੰਦੇ ਨੇ ਮਨ ਜੀਵ ਦਾ ਤਾਂ ਹੀ ਬਸ ਵਿੱਚ ਆਉਂਦਾ ਜਦੋਂ ਉਸ ਪੂਰੇ ਪਰਮਾਤਮਾ ਦੀ ਕਿਰਪਾ ਹੁੰਦੀ ਆ ਇਹ ਜੀਵ ਦੇ ਵਸ ਨਹੀਂ ਗਾ। ਪੌੜੀ 10ਵੀਂ 10 ਦੁਆਰ ਬਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ। ਫਿਰ ਕਹਿੰਦੇ ਨੇ 10ਵੀਂ ਥਿੱਤ 'ਤੇ ਵੀ ਇਹ ਉਪਦੇਸ਼ ਆ ਕਿ ਜੀਵ ਨੇ ਜਦੋਂ ਨਾਮ ਜਪਿਆ ਤਾਂ ਉਹਦਾ ਮਨ ਸੰਤੋਖ ਵਿੱਚ ਆ ਜਾਂਦਾ। ਫਿਰ ਜਿਹੜੇ ਉਹਦੇ ਸਾਰੇ ਗਿਆਨ ਇੰਦਰੇ ਨੇ ਸਾਰੇ ਕਰਮ ਇੰਦਰੇ ਨੇ ਇਹ ਸਾਰੇ ਫਿਰ ਜੀਵ ਦੇ ਵਸ ਵਿੱਚ ਆ ਜਾਂਦੇ ਨੇ ਪਰ ਆਉਂਦੇ ਨੇ ਨਾਮ ਜਪਿਆਂ। ਕਰਨੀ ਸੁਣੀਐ ਜਸ ਗੋਪਾਲ ਨੈਣੀ ਪੇਖਤ ਸਾਧ ਦਿਆਲ।
ਕਹਿੰਦੇ ਕੰਨਾਂ ਦੇ ਨਾਲ ਉਸ ਪਰਮਾਤਮਾ ਦਾ ਜੋ ਧਰਤੀ ਨੂੰ ਪਾਲਣਹਾਰ ਹੈ ਉਹਦਾ ਜਸ ਸੁਣੀਏ। ਕਹਿੰਦੇ ਸਾਧਾਂ ਦੀ ਸੰਗਤ ਕਰੀਏ, ਜੋ ਦਿਆਲ ਨੇ ਸਾਨੂੰ ਉਹਦਾ ਨਾਮ ਦਿੰਦੇ ਨੇ, ਉਹਨਾਂ ਦੇ ਦਰਸ਼ਨ ਕਰੀਏ ਆਪਣੇ ਨੇਤਰਾਂ ਰਾਹੀਂ। ਰਸਨਾ ਗੁਣ ਗਾਵੈ ਬੇਅੰਤ, ਮਨ ਮਹਿ ਚਿਤਵੈ ਪੂਰਨ ਭਗਵੰਤ। ਹਸਤ ਚਰਨ ਸੰਤ ਟਹਿਲ ਕਮਾਈਐ, ਨਾਨਕ ਇਹ ਸੰਜਮ ਪ੍ਰਭ ਕਿਰਪਾ ਪਾਈਐ। ਫਿਰ ਕਹਿੰਦੇ ਜਿਹੜੇ ਜੀਵ ਆਪਣੀ ਰਸਨਾ ਨਾਲ ਉਸ ਬੇਅੰਤ ਪਰਮਾਤਮਾ ਦੇ ਗੁਣ ਗਾਉਂਦੇ ਨੇ, ਆਪਣੇ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਹਮੇਸ਼ਾ ਚੇਤੇ ਵਿੱਚ ਰੱਖਦੇ ਨੇ ਅਤੇ ਆਪਣੇ ਹੱਥਾਂ ਦੇ ਨਾਲ ਸੰਤਾਂ ਦੀ ਚਰਨਾਂ ਦੀ ਸੇਵਾ ਕਰਦੇ ਨੇ। ਫਿਰ ਨਾਨਕ ਜੀ ਕਹਿੰਦੇ ਨੇ ਜਿਹੜੇ ਇਹ ਸਾਰੇ ਸੰਜਮ ਨੇ, ਕਹਿੰਦੇ ਇਹ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਜੀਵ ਵਿੱਚ ਆਉਂਦੇ ਨੇ, ਜਿਹੜੀ ਇਹ ਸਾਰੇ ਚੰਗੇ ਕਰਮ ਨੇ। ਸ਼ਲੋਕ ਏਕੋ ਏਕ ਬਖਾਨੀਐ, ਬਿਰਲਾ ਜਾਣੈ ਸਵਾਦ। ਗੁਣ ਗੋਬਿੰਦ ਨ ਜਾਣੀਐ, ਨਾਨਕ ਸਭ ਬਿਸਮਾਦ। ਹਾਂਜੀ ਸੰਗਤ ਜੀ, ਪਾਤਸ਼ਾਹ ਕਹਿੰਦੇ ਨੇ ਵੀ ਉਸ ਪਰਮਾਤਮਾ ਨੂੰ ਸਾਰੇ ਇਹੀ ਕਹਿੰਦੇ ਨੇ ਵੀ ਉਹ ਇੱਕ ਪਰਮਾਤਮਾ ਇੱਕ ਹੈ ਅਤੇ ਉਹਦਾ ਨਾਮ ਆਨੰਦ ਦੇਣ ਵਾਲਾ ਹੈ। ਪਰ ਕਹਿੰਦੇ ਜਿਹੜਾ ਇਹ ਆਨੰਦ ਹੈ ਇਹਦਾ ਸਵਾਦ ਕਿਸੇ ਬਿਰਲੇ ਨੇ ਹੀ ਚੱਖਿਆ ਹੈ। ਕਹਿੰਦੇ ਪਰਮਾਤਮਾ ਦੇ ਗੁਣ ਅਤੇ ਪਰਮਾਤਮਾ ਕਹਿੰਦੇ ਉਹਨੂੰ ਜਾਣਿਆ ਨਹੀਂ ਜਾ ਸਕਦਾ। ਉਹਦੀ ਹਰ ਇੱਕ ਅਦਾ ਕਹਿੰਦੇ ਬਿਸਮਾਦ ਕਰਨ ਵਾਲੀ ਹੈ, ਅਸਚਰਜਮਈ ਹੈ। ਪਰਮਾਤਮਾ, ਉਹਦੇ ਗੁਣ, ਉਹਦੀਆਂ ਖੇਡਾਂ ਸਭ ਕੁਛ ਜੀਵ ਲਈ ਅਸਚਰਜਮਈ ਹੈ, ਜਦ ਤੱਕ ਜੀਵ ਨੂੰ ਉਹਦਾ ਅਨੁਭਵ ਨਹੀਂ ਹੋ ਜਾਂਦਾ ਉਹਦੀ ਰਹਿਮਤ ਦੇ ਨਾਲ। ਪੌੜੀ ਇਕਾਦਸੀ ਨਿਕਟ ਪੇਖੋ ਹਰ ਰਾਮ, ਇੰਦਰੀ ਬਸ ਕਰ ਸੁਣੋ ਹਰ ਨਾਮ। ਕਹਿੰਦੇ ਇਕਾਦਸੀ ਦੇ ਵਰਤ ਨਾ ਰੱਖੋ, ਇਕਾਦਸੀ ਦੇ ਥਿਤ ਦੇ ਅਨੁਸਾਰ ਪਰਮਾਤਮਾ ਨੂੰ ਆਪਣੇ ਨੇੜੇ ਜਾਣੋ, ਆਪਣੇ ਗਿਆਨ ਇੰਦਰੀਆਂ ਨੂੰ ਕਾਬੂ ਵਿੱਚ ਕਰਕੇ ਉਸ ਪਰਮਾਤਮਾ ਦਾ ਨਾਮ ਸੁਣੋ। ਮਨ ਸੰਤੋਖ ਸਰਬ ਜੀ ਦਿਆ, ਇਨ ਬਿਦ ਵਰਤ ਸੰਪੂਰਨ ਪਿਆ। ਕਹਿੰਦੇ ਜੇ ਜੀਵ ਦਾ ਮਨ ਸੰਤੋਖ ਵਿੱਚ ਆ ਗਿਆ, ਵਿਕਾਰਾਂ ਵੱਲੋਂ, ਮਾਇਆ ਵੱਲੋਂ, ਆਸਾ ਤ੍ਰਿਸ਼ਨਾ ਵੱਲੋਂ, ਅਤੇ ਸਾਰਿਆਂ ਉੱਪਰ ਜੀਵ ਦਇਆ ਕਰਨ ਲੱਗ ਗਿਆ, ਕਹਿੰਦੇ ਇਹਨੂੰ ਤੁਸੀਂ ਸਮਝੋ ਵੀ ਤੁਹਾਡਾ ਜਿਹੜਾ ਇਕਾਦਸ਼ੀ ਦਾ ਵਰਤ ਆ ਸੰਪੂਰਨ ਹੋ ਗਿਆ। ਇਹ ਤੋਂ ਬਿਨਾਂ ਹੋਰ ਕੋਈ ਵਰਤ ਨਹੀਂ ਹੈ। ਜਿਸ ਤਰ੍ਹਾਂ ਵਰਤ ਰੱਖਣੇ ਉਹਦੇ ਵੱਲੋਂ ਦੱਸ ਰਹੇ ਨੇ ਵੀ ਉਹ ਵਰਤ ਰੱਖਣੇ ਅਸਲ 'ਚ ਵਰਤ ਨਹੀਂ, ਵਰਤ ਇਹ ਨੇ ਜਦੋਂ ਤੁਹਾਡੇ ਜਿਹੜੇ ਇੰਦਰੇ ਬਸ ਵਿੱਚ ਆ ਜਾਣ, ਜੀਵਾਂ 'ਤੇ ਦਇਆ ਹੋ ਜਾਵੇ ਦੂਜਿਆਂ 'ਤੇ, ਇਹ ਵਰਤ ਨੇ। ਧਾਵਤ ਮਨ ਰਾਖੈ ਇਕ ਠਾਏ, ਮਨ ਤਨ ਸੁਧ ਜਪਤ ਹਰ ਨਾਏ। ਫਿਰ ਹੋਰ ਵਰਤ ਸੁਣ ਲਓ, ਕਹਿੰਦੇ ਉਹ ਇਹ ਆ ਕਿ ਜੀਵ ਆਪਣੇ ਚੰਚਲ ਮਨ ਨੂੰ ਟਿਕਾ ਕੇ ਰੱਖੇ, ਲਾਲਸਾ ਨਾ ਕਰੇ ਚੀਜ਼ਾਂ ਦੀ, ਆਪਣੇ ਮਨ ਨੂੰ ਅਤੇ ਹਿਰਦੇ ਨੂੰ ਪਰਮਾਤਮਾ ਦਾ ਨਾਮ ਜਪ ਕੇ ਸ਼ੁੱਧ ਕਰੇ, ਇਹ ਵਰਤ ਨੇ। ਸਭ ਮਹਿ ਪੂਰ ਰਹੇ ਪਾਰ ਬ੍ਰਹਮ, ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ। ਕਹਿੰਦੇ ਉਹ ਪਰਮਾਤਮਾ ਸਾਰਿਆਂ ਵਿੱਚ ਸਮਾਇਆ ਹੋਇਆ। ਨਾਨਕ ਜੀ ਕਹਿੰਦੇ ਜੀਵ ਦਾ ਧਰਮ ਕਿਹੜਾ, ਜਿਹੜਾ ਅਟਲ ਧਰਮ ਆ, ਸੱਚਾ ਧਰਮ, ਕਦੇ ਨਾ ਖਤਮ ਹੋਣ ਵਾਲਾ, ਉਹ ਹੈ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੋ, ਇਹੀ ਅਟਲ ਧਰਮ ਆ। ਸ਼ਲੋਕ ਦੁਰਮਤ ਹਰੀ ਸੇਵਾ ਕਰੀ, ਭੇਟੇ ਸਾਧ ਕਿਰਪਾਲ। ਨਾਨਕ ਪ੍ਰਭ ਸਿਉ ਮਿਲ ਰਹੇ, ਬਿਨਸੇ ਸਗਲ ਜੰਜਾਲ। ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਕਹਿੰਦੇ ਗੁਰੂ ਦੀ, ਕਿ ਉਹ ਗੁਰੂ ਜੋ ਕਿਰਪਾਲੂ ਆ, ਉਹਦੀ ਕਹਿੰਦੇ ਸੇਵਾ ਕਰੀ ਆ, ਤਾਂ ਉਹਦੀ ਕਹਿੰਦੇ ਮਾੜੀ ਜਿਹੜੀ ਬੁੱਧ ਸੀਗੀ ਉਹ ਤਿਆਗੀ ਗਈ ਆ, ਅਤੇ ਉਹਨੇ ਕਹਿੰਦੇ ਸਾਰੇ ਨਾਮ ਜਪਣ ਨੂੰ ਛੱਡ ਕੇ ਬਾਕੀ ਹੋਰ ਜਿਹੜੇ ਧਾਰਮਿਕ ਪਖੰਡ ਨੇ, ਕਰਮ ਕਾਂਡ ਨੇ, ਉਹ ਛੱਡ ਦਿੱਤੇ ਨੇ।
ਫਿਰ ਉਹ ਕਹਿੰਦੇ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਉਹ ਜੀਵ ਜੋ ਗੁਰੂ ਦੀ ਸ਼ਰਨ ਪੈ ਕੇ ਉਹਦੀ ਸੇਵਾ ਕਰਦਾ, ਉਹਦੀ ਜਿਹੜੀ ਬੁੱਧ ਆ ਉਹ ਸੁਮੱਤ ਵਾਲੀ ਹੋ ਜਾਂਦੀ ਆ, ਉਹਦੇ ਸਾਰੇ ਸਗਲ ਜੰਜਾਲ ਬਿੰਸ ਜਾਂਦੇ ਨੇ, ਫਿਰ ਉਹ ਪਰਮਾਤਮਾ ਦੇ ਨਾਲ ਮਿਲ ਜਾਂਦਾ ਹੈ। ਪੌੜੀ ਦੁਆਦਸੀ ਦਾਨ ਨਾਮ ਇਸਨਾਨ, ਹਰ ਕੀ ਭਗਤ ਕਰੋ ਤਜਮਾਨ। ਕਹਿੰਦੇ ਜਿਹੜੀ ਦੁਆਦਸੀ ਦੀ ਤਿਥ ਆ ਉਹ ਵੀ ਕਹਿੰਦੀ ਆ ਕਿ ਦਾਨ ਕਰੋ। ਦਾਨ ਕਿਸ ਚੀਜ਼ ਦਾ? ਨਾਮ ਦਾ। ਨਾਮ ਜਪੋ ਤੇ ਜਪਾਓ। ਇਸਨਾਨ ਕਰੋ ਕਾਹਦੇ ਵਿੱਚ? ਨਾਮ ਵਿੱਚ। ਹਰ ਕੀ ਭਗਤ ਕਰੋ ਤੇ ਹੰਕਾਰ ਛੱਡ ਕੇ। ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਮਨ ਤ੍ਰਿਪਤਾ ਸੈ ਕੀਰਤਨ ਪ੍ਰਭ ਰੰਗ। ਫਿਰ ਕਹਿੰਦੇ ਸਾਧੂ ਦੀ ਸੰਗਤ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਅੰਮ੍ਰਿਤ ਪਾਨ ਕਰੋ, ਉਹਦਾ ਨਾਮ ਜਪੋ। ਫਿਰ ਕਹਿੰਦੇ ਪਰਮਾਤਮਾ ਦਾ ਜਦੋਂ ਕੀਰਤਨ ਪ੍ਰੇਮ ਵਿੱਚ ਭਿੱਜ ਕੇ ਕਰਦੇ ਹਾਂ ਤਾਂ ਸਾਡਾ ਮਨ ਤ੍ਰਿਪਤੀ ਵਿੱਚ ਆ ਜਾਂਦਾ ਹੈ ਸਾਰੀਆਂ ਚੀਜ਼ਾਂ ਵੱਲੋਂ। ਕੋਮਲ ਬਾਣੀ ਸਭ ਕੋ ਸੰਤੋਖੈ, ਪੰਜ ਭੂ ਆਤਮਾ ਹਰ ਨਾਮ ਰਸ ਪੋਖੈ। ਕਹਿੰਦੇ ਜਿਹੜੀ ਪਰਮਾਤਮਾ ਦੇ ਘਰ ਤੋਂ ਆਈ ਕੋਮਲ ਬਾਣੀ ਆ ਉਹ ਸਾਰੇ ਜੀਆਂ ਦੇ ਮਨ ਵਿੱਚ ਸੰਤੋਖ ਲਿਆਉਂਦੀ ਹੈ। ਪੰਜ ਭੂ ਆਤਮਾ ਕਿਹਾ ਗਿਆ ਜੋ ਪੰਜਾਂ ਤੱਤਾਂ ਦੇ ਵਿੱਚੋਂ ਸਤੋ ਅੰਸ਼ ਦੇ ਨਾਲ ਬਣਿਆ ਹੋਇਆ ਮਨ ਆ। ਕਹਿੰਦੇ ਇਹ ਪਰਮਾਤਮਾ ਦੇ ਨਾਮ ਦਾ ਰਸ ਚੱਖ ਕੇ ਕਹਿੰਦੇ ਇਹ ਟਿਕ ਜਾਂਦਾ ਹੈ, ਇਹ ਮਨ ਜੋ ਜੀਵ ਦਾ ਹੈ। ਗੁਰਪੂਰੇ ਤੇ ਇਹ ਨਿਸਚੋ ਪਾਈਐ, ਨਾਨਕ ਨਾਮ ਰਮਤ ਫਿਰ ਜੋਨ ਨਾ ਆਈਐ। ਨਾਨਕ ਜੀ ਕਹਿੰਦੇ ਨੇ ਪੂਰੇ ਗੁਰੂ ਤੋਂ ਫਿਰ ਸਾਨੂੰ ਇਹ ਪੱਕਾ ਨਿਸ਼ਚਾ ਹੋ ਜਾਂਦਾ ਕਿ ਜਿਹੜਾ ਜੀਵ ਪਰਮਾਤਮਾ ਦਾ ਨਾਮ ਜਪਦਾ ਉਹ ਫਿਰ ਆਵਾਗਮਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ, ਉਹ ਪਰਮਾਤਮਾ ਦੇ ਵਿੱਚ ਸਮਾ ਜਾਂਦਾ ਜਿਹੜਾ ਉਹਦਾ ਨਾਮ ਜਪਦਾ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਦੀਆਂ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸੁਮੱਤ ਦੇਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ।